ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਸਮਾਂ ਕੱਢਿਆ। ਕੱਲ ਦਾ ਜਿਹੜਾ ਸੈਸ਼ਨ ਸੀਗਾ, ਕਿਉਂਕਿ ਆਸ ਤਾਂ ਇਹ ਹੁੰਦੀ ਆ ਸਰਕਾਰ ਕੋਲੋਂ ਕਿ ਵਿਧਾਨ ਸਭਾ ਦੇ ਵਿੱਚ ਜਿਹੜੇ ਕੋਈ ਵੀ ਇਸ਼ੂਜ਼ ਹੈਗੇ ਆ ਉਹਨੂੰ ਪ੍ਰੋਪਰਲੀ ਡਿਬੇਟ ਦੇ ਵਿੱਚ ਲਿਆਂਦਾ ਜਾਵੇ। ਮੈਨੂੰ ਇਹ ਆਸ ਸੀ ਕਿ ਸ਼ਾਇਦ ਕਿਉਂਕਿ SYL ਦਾ ਅੱਜ ਸੀਰੀਅਸ ਟੌਪਿਕ ਹੈਗਾ ਤੇ ਸ਼ਾਇਦ ਸਰਕਾਰ ਇਹਦਾ 5-6 ਦਿਨ ਦਾ ਸੈਸ਼ਨ ਕਰੂਗੀ, ਪਰ ਜਿਹੋ ਜਿਹਾ ਡਰਾਮਾ ਕੱਲ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਕੀਤਾ ਤੇ ਜਿਹੋ ਜਿਹਾ ਡਰਾਮਾ ਮੈਨੂੰ ਆਉਣ ਵਾਲੇ ਸਮੇਂ 'ਚ ਲੱਗਦਾ, ਜਿਹੜਾ 1 ਤਰੀਕ ਨੂੰ ਇਹ ਕਰਨ ਜਾ ਰਿਹਾ, ਕਹਿੰਦੇ ਅਸੀਂ ਡਿਬੇਟ ਕਰਨੀ ਆ, ਇਹਦੇ ਵਿੱਚ ਕਿਤੇ ਵੀ ਸੀਰੀਅਸਨੈਸ ਹੈ। ਔਰ ਮੈਂ ਇਹ ਗੱਲ ਦਾਅਵੇ ਨਾਲ ਵੀ ਕਹਿ ਸਕਦਾ ਕਿ ਸਾਡੇ ਬਹੁਤ MLA ਇਹੋ ਜਿਹੇ ਹੋਣਗੇ ਜਿਨ੍ਹਾਂ ਨੂੰ ਇਹਦੇ ਬਾਰੇ ਸ਼ਾਇਦ ਨੌਲੇਜ ਵੀ ਨਾ ਹੋਵੇ। ਡਿਬੇਟ ਤਾਂ ਦੂਰ ਦੀ ਗੱਲ ਹੈ, ਕਿਉਂਕਿ ਇਸ ਸਰਕਾਰ ਨੇ ਬਿਲਕੁਲ ਇਹਨੂੰ ਇੱਕ ਥੀਏਟਰਿਕ ਰੂਪ ਦੇ ਦਿੱਤਾ ਵਿਧਾਨ ਸਭਾ ਨੂੰ ਵੀ। ਚਾਹੀਦਾ ਤਾਂ ਸਰਕਾਰ ਨੂੰ ਇਹ ਸੀਗਾ ਵੀ ਹਾਂ ਬਈ ਇਹ 6-7 ਦਿਨ ਦੀ ਡਿਬੇਟ ਕਰਦੇ, ਚਾਹੇ ਉਹਦੇ ਵਿੱਚ ਐਕਸਪਰਟਸ ਨੂੰ ਵੀ ਕਿਤੇ ਨਾ ਕਿਤੇ ਇਨਵੋਲਵ ਕਰਕੇ, ਕਿਉਂਕਿ ਆਪਾਂ ਸਮਝ ਤਾਂ ਲਈਏ ਇਸ਼ੂ ਕੀ ਆ ਤੇ ਇਹਦਾ ਸਾਡਾ ਵੇ ਫਾਰਵਰਡ ਕੀ ਆ। ਔਰ ਇਹ ਸਾਰੇ, ਕਿਉਂਕਿ ਜੇ ਮੈਂ ਪੋਲੀਟੀਕਲ ਕਲਾਸ ਦੀ ਗੱਲ ਕਰਾਂ, ਮੈਂ ਕੋਈ ਇਹ ਨਹੀਂ ਕਹਿੰਦਾ ਕਿ ਹਾਂ ਵੀ ਕਾਂਗਰਸ ਨੇ ਆਹ ਨਹੀਂ ਕੀਤਾ, ਫਲਾਣੇ ਨੇ ਆਹ ਨਹੀਂ ਕੀਤਾ। ਮੈਂ ਤਾਂ ਕਹਿੰਦਾ ਜਿਹਨੇ ਜੋ ਕੀਤਾ ਉਹਨੂੰ ਧਿਆਨ 'ਚ ਲਿਆ ਕੇ ਤੇ ਸਾਡੇ ਲਈ ਵੇ ਫਾਰਵਰਡ ਕੀ ਆ। ਇਸ ਕਰਕੇ ਅਸੀਂ ਕੁਝ NGOs ਨਾਲ ਟਾਈ ਅਪ ਕਰਕੇ ਔਰ ਜਿੰਨੇ ਵੀ ਸਾਰੇ ਸਾਡੇ ਪੋਲੀਟੀਕਲ ਕਲਾਸ ਹੈ ਅਕਰੋਸ ਦਾ ਪਾਰਟੀ ਲਾਈਨ, ਮੈਂ ਤਾਂ ਰਾਦਰ ਭਗਵੰਤ ਮਾਨ ਜੀ ਨੂੰ ਵੀ ਕਹੂੰਗਾ ਕਿ ਇਹ ਵੀ ਆਪਣਾ ਨੁਮਾਇੰਦਾ ਜਿਹੜਾ ਸਾਡੇ ਨਾਲ ਇਨਵੋਲਵ ਕਰਕੇ, ਤਾਂ ਕਿ 117 ਦੇ 117 MLA ਆਉਣ, ਸਾਡੇ ਰਾਜ ਸਭਾ ਦੇ MP ਆਉਣ, ਸਾਡੇ ਲੋਕ ਸਭਾ ਦੇ MP ਆਉਣ, ਸਾਡੇ ਫਾਰਮਰ ਚੀਫ ਮਿਨਿਸਟਰ ਆਉਣ, ਸਾਡੀ ਇੰਟੈਲੈਕਚੁਅਲ ਕਲਾਸ ਜਿਹੜੇ ਜਿੱਥੇ ਵੀ ਰਿਪਰੈਜ਼ੈਂਟ ਕਰਦੇ ਆ, ਤਾਂ ਕਿ ਇਹਨੂੰ ਇੱਕ ਵੱਡੀ ਡਿਬੇਟ ਦਾ ਹਿੱਸਾ ਬਣਾ ਕੇ ਔਰ ਸੀਰੀਅਸ ਡਿਬੇਟ ਦਾ, ਕਿਉਂਕਿ ਮੈਨੂੰ ਇਹ ਪਤਾ ਹੈਗਾ ਕਿ ਇਹਨਾਂ ਨੇ 1 ਤਰੀਕ ਨੂੰ ਕਰਨਾ ਕੀ ਆ, ਕਿਉਂਕਿ ਜੋ ਇਹਨੀ ਵਿਧਾਨ ਸਭਾ 'ਚ ਕਰ ਲਿਆ ਉਦੋਂ ਵੱਧ ਨਾਟਕ ਮੈਨੂੰ ਲੱਗਦਾ ਇਹ 1 ਤਰੀਕ ਨੂੰ ਕਰਨਗੇ। ਸੋ ਮੇਰੀ ਤਾਂ ਸਾਰਿਆਂ ਨੂੰ ਰਾਦਰ ਕੇ ਇਹਦੇ ਵਿੱਚ ਕਿਸਾਨ ਜਥੇਬੰਦੀਆਂ, ਜਿਹੜੇ ਵੀ ਸਟੇਕ ਹੋਲਡਰ ਹੈ, ਕਿਉਂਕਿ ਮੈਂ ਇਹਨਾਂ ਨੂੰ ਪਰਸਨਲੀ ਵੀ ਇਨਵਾਈਟ ਕਰੂੰਗਾ, ਕਿਉਂਕਿ ਮੈਂ ਇੱਥੇ ਕਹਿ ਲਓ ਕਿ ਐਜ਼ ਏ ਕਾਂਗਰਸ ਸਪੋਕਸ ਪਰਸਨ ਜਾਂ ਕਾਂਗਰਸ ਦਾ MLA ਬਣ ਕੇ ਨਹੀਂ ਬੈਠਾ, ਲੇਕਿਨ ਅਸੀਂ NGOs ਨੂੰ ਨਾਲ ਲੈ ਕੇ, ਕਿਉਂਕਿ ਸਾਰਥੀ NGOs ਆ, ਇੱਕ ਤੋਂ ਹੋਰ NGOs ਆ, ਮੈਂ ਕਿਹਾ ਯਾਰ ਆਪਾਂ ਲੈਟ ਅਸ ਟਾਕ ਸੀਰੀਅਸਲੀ। ਔਰ 27 ਤਰੀਕ ਨੂੰ ਇੱਥੇ ਜਿਹੜਾ ਇੰਗਲਿਸ਼ ਆਡੀਟੋਰੀਅਮ ਹੈ ਉਹਦੇ ਵਿੱਚ ਆਪਾਂ 11 ਵਜੇ ਬੇਸਿਕਲੀ ਮੈਂ ਕਾਫੀ ਬੰਦਿਆਂ ਨਾਲ ਇਸ ਟੌਪਿਕ ਤੇ ਗੱਲ ਕੀਤੀ ਆ ਕਿ ਯਾਰ ਤੁਸੀਂ ਬੋਲੋ, ਅਸੀਂ ਸੁਣੀਏ ਉਹਨੂੰ, ਕਿਉਂਕਿ ਮੈਂ ਵੀ ਉਹਨੂੰ ਸੁਣਨ ਵਾਲਿਆਂ 'ਚੋਂ ਹੋਊਗਾ, ਕੋਈ ਮੈਂ ਉੱਥੇ ਬੋਲਣ ਵਾਲਿਆਂ 'ਚੋਂ ਨਹੀਂ ਹੋਊਗਾ। ਮੈਂ ਨਹੀਂ ਚਾਹੁੰਦਾ ਕਿ ਉੱਥੇ ਕੋਈ ਪੋਲੀਟੀਕਲ ਬੰਦਾ ਆਣ ਕੇ ਬੋਲੇ, ਕਿਉਂਕਿ ਸਮੇਂ ਤੇ ਜੋ ਵੀ ਹੋਇਆ ਆ ਤੇ ਜੋ ਜਿਹਨੇ ਕਹਿਣਾ ਹੋਊ ਐਕਸਪਰਟ ਨੇ ਉਹ ਕਵੇ। ਲੇਕਿਨ ਅੱਜ ਸਾਡਾ ਇਸ਼ੂ ਕੀ ਆ, ਅੱਜ ਅਸੀਂ ਖੜੇ ਕਿੱਥੇ, ਵਰਤਮਾਨ ਸਮੇਂ 'ਚ ਸਾਡਾ ਸਟੈਂਡ ਕੀ ਹੋਣਾ ਚਾਹੀਦਾ, ਅਸੀਂ ਖੜੇ ਕਿੱਥੇ ਆ। ਸਾਡਾ ਕੋਈ ਹਰਿਆਣੇ ਨਾਲ ਕੋਈ ਦੁਸ਼ਮਣੀ ਥੋੜੀ ਆ, ਅਸੀਂ ਤਾਂ ਕੋਈ ਉਹਦੇ ਨਾਲ ਵੀ ਡਿਸਕਸ਼ਨ ਕਰਕੇ ਵੀ ਜਿੱਥੇ ਜੋ ਕਰਨ ਦੀ ਜ਼ਰੂਰਤ ਆ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀ ਗੱਲ ਸਮਝ ਆਉਂਦੀ ਆ, ਕਿਉਂਕਿ ਸਾਡੀ ਤਾਂ ਸੁਣੀ ਸੁਣਾਈ ਗੱਲ ਹੈ, ਸਾਡੀ ਕੋਈ ਆਪਣੀ ਐਕਸਪਰਟਿਜ਼ ਨਹੀਂ ਹੈਗੀ। ਉਹਦੇ ਵਿੱਚ ਬੇਸਿਕਲੀ ਆਜੋ ਢਿੱਲੋਂ ਸਾਹਿਬ, ਆਜੋ ਉੱਧਰ ਸਾਡੇ ਉਹਦੇ ਵਿੱਚ ਗੁਰਤੇਜ ਸਿੰਘ IAS ਆਫੀਸਰ ਹੈਗੇ ਆ, ਜਿਹੜੇ ਬੇਸਿਕਲੀ ਇਸ ਗੱਲ ਨੂੰ ਕੋਆਰਡੀਨੇਟ ਕਰਨਗੇ। ਸਰਦਾਰ ਹਮੀਰ ਸਿੰਘ ਬੇਸਿਕਲੀ ਇਹਨੂੰ ਕੰਪੇਅਰਿੰਗ ਕਰਨਗੇ, ਔਰ ਉਹਦੇ ਵਿੱਚ ਗੁਰਪ੍ਰੀਤ ਸਿੰਘ ਜੌਲ, ਨਰਿੰਦਰ ਸਿੰਘ ਸੰਧੂ, ਸਰਦਾਰ ਸੁਖਦੇਵ ਸਿੰਘ ਜਿਹੜੇ ਪੁਰਾਣੇ ਜਰਨਲਿਸਟ ਹੈਗੇ ਆ ਜਿਨ੍ਹਾਂ ਨੇ ਇਸ ਲੈਵਲ ਤੇ ਕਵਰ ਕੀਤਾ ਆ, ਪਿਆਰੇ ਲਾਲ ਗਰਗ ਜੀ, ਧਰਮਵੀਰ ਗਾਂਧੀ ਔਰ ਐਡਵੋਕੇਟ ਬੈਂਸ। ਸੋ ਮੇਰੀ ਇਹਨਾਂ ਨਾਲ ਕੋਈ ਹੋਰ ਵੀ, ਜੇ ਕਿਸੇ ਤੁਹਾਨੂੰ ਵੀ ਕੋਈ ਪਤਾ ਲੱਗੇ ਵੀ ਹਾਂ ਵੀ ਕੋਈ ਹੋਰ ਐਕਸਪਰਟ ਹੈਗਾ, ਆਪਾਂ ਉਹਦੇ ਤੇ ਡਿਸਕਸ਼ਨ ਕਰ ਲਈਏ। ਔਰ ਉਹਦੀ ਪ੍ਰੋਪਰਲੀ ਅਸੀਂ ਡਾਕੂਮੈਂਟੇਸ਼ਨ ਕਰਨਾ ਚਾਹੁੰਦੇ ਹਾਂ, ਕਿਉਂਕਿ ਪ੍ਰੋਪਰਲੀ ਉਹਨੂੰ ਕਹਿ ਲਓ ਕਿ ਕੈਮਰੇ ਵਗੈਰਾ ਲਾ ਕੇ, ਤਾਂ ਕਿ ਉਹ ਸਾਨੂੰ
ਐਜੂਕੇਟ ਵੀ ਕਰੀਏ ਅਸੀਂ ਜਿਹੜੇ ਪੋਲੀਟੀਕਲ ਲੋਕ ਆ, ਕਿਉਂਕਿ ਅਲਟੀਮੇਟਲੀ ਜਦੋਂ ਪੋਲੀਟੀਕਲ ਬੰਦੇ ਨੂੰ ਪੁੱਛਦੇ ਆ ਕੋਈ, ਮੈਨੂੰ ਨਹੀਂ ਲੱਗਦਾ, ਮੈਂ ਖੁਦ ਕਹਿੰਦਾ ਵੀ ਮੈਨੂੰ ਉਨੀ ਨੌਲੇਜ ਨਹੀਂ ਹੈ ਮੇਰਾ, ਕਿਉਂਕਿ ਸਬਜੈਕਟ ਨਹੀਂ ਹੈ, ਲੇਕਿਨ ਮੈਂ ਬਹੁਤ ਇਹੋ ਜਿਹਾ ਦੇਖਦਾ ਜਿਹੜੇ ਸੁੱਚੇ ਮੂੰਹ ਹੀ ਆਉਂਦੇ ਆ, ਸੁੱਚੇ ਮੂੰਹ ਹੀ ਚਲੇ ਜਾਂਦੇ ਆ। ਤੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹ ਕਹਿੰਦੀਆਂ ਵੀ ਅਸੀਂ ਧਰਨੇ ਲਾਵਾਂਗੇ, ਅਸੀਂ ਤਾਂ ਇੱਕ ਬੂੰਦ ਪਾਣੀ ਦੀ ਨਹੀਂ ਜਾਣ ਦੇਣੀ। ਐਕਚੁਅਲੀ ਗੱਲ ਇਸ਼ੂ ਨੂੰ ਸਮਝ ਲਈਏ, ਇਹਨੂੰ ਵਾਈਡਰ ਲੈਵਲ ਤੇ ਅਸੀਂ ਡਿਸਕਸ਼ਨ ਦਾ ਹਿੱਸਾ ਬਣਾਈਏ, ਤਾਂ ਕਿ ਇਹਨੂੰ ਵਾਈਡਰ ਲੈਵਲ ਤੇ ਲਿਜਾ ਕੇ ਤਾਂ ਕਿ ਐਕਚੁਅਲ ਜਿਹੜੀ ਪ੍ਰੋਬਲਮ ਹੈ ਉਹਦਾ ਸੋਲੂਸ਼ਨ ਜਿਹੜਾ ਆ ਉਧਰ ਨੂੰ ਲੱਭਣ ਦੀ ਕੋਸ਼ਿਸ਼ ਕਰੀਏ। ਸੋ ਇਹ ਜਿਹੜੀ ਸਰਕਾਰ ਆ ਇਹ ਸਵਾਏ ਡਰਾਮਿਆਂ ਤੋਂ ਇਹ ਕੁਝ ਨਹੀਂ ਕਰਨਾ ਚਾਹੁੰਦੀ, ਬਟ ਉਹਦੇ ਬਾਵਜੂਦ ਮੈਂ ਭਗਵੰਤ ਮਾਨ ਜੀ ਨੂੰ, ਇਹਨਾਂ ਦੇ ਸਾਰੇ ਐਮਐਲਏਜ਼ ਨੂੰ, ਇਹਨਾਂ ਦਾ ਸੰਦੀਪ ਪਾਠਕ, ਕਿਉਂਕਿ ਇੱਥੇ ਕੁਝ ਹੋਰ ਬੋਲਦੇ ਆ, ਹਰਿਆਣੇ 'ਚ ਜਾ ਕੇ ਕੁਝ ਹੋਰ ਬੋਲਦੇ ਆ, ਇਹ ਪੋਲੀਟੀਕਲ ਪਾਰਟੀਆਂ ਦੀ ਪ੍ਰੋਬਲਮ ਹੈਗੀ ਆ। ਮੈਂ ਕਿਸੇ ਇਸੇ ਪੋਲੀਟੀਕਲ ਪਾਰਟੀ ਨੂੰ ਅਸੀਂ ਡਿਫੈਂਡ ਨਹੀਂ ਕਰਨਾ ਹੈ, ਲੇਕਿਨ ਐਟ ਦਾ ਸੇਮ ਟਾਈਮ ਅਸੀਂ ਰੀਅਲ ਇਸ਼ੂਜ਼ ਨੂੰ ਲੱਭ ਕੇ ਜਿਹੜੇ ਇਹ 6-7 ਐਕਸਪਰਟ ਹੈਗੇ ਆ, ਜੇ ਕੋਈ ਹੋਰ ਵੀ ਸਾਨੂੰ ਇਹਨਾਂ ਦਿਨਾਂ ਦੇ ਵਿੱਚ ਕਿਸੇ ਨਾਲ ਹੋਰ ਵੀ ਟਾਈ ਅਪ ਹੋ ਸਕਿਆ ਕਿ ਫਲਾਣੇ ਕੋਲ ਬਹੁਤ ਨੌਲੇਜ ਹੈਗੀ ਆ ਐਂਡ ਸਾਡਾ ਵੇ ਫਾਰਵਰਡ ਕੀ ਹੈਗਾ, ਤੇ ਅਸੀਂ ਉਹਦੀ ਜਿਹੜੀ ਡਿਸਕਸ਼ਨ ਆ ਉਹ ਇੱਥੇ ਜਿਹੜਾ ਇੰਗਲਿਸ਼ ਆਡੀਟੋਰੀਅਮ ਆ ਉਹਦੇ ਵਿੱਚ 27 ਤਰੀਕ ਨੂੰ 11 ਵਜੇ ਇਹਨੂੰ ਕੰਡਕਟ ਕਰਾਂਗੇ, ਤਾਂ ਕਿ 2 3 4 ਔਰ ਉਹਦੇ ਲਈ ਮੈਂ ਵੀ ਤੁਹਾਨੂੰ ਵੀ ਰਿਕੁਐਸਟ ਕਰੂੰਗਾ ਕਿ ਆਪਾਂ ਸਾਰੇ, ਕਈ ਵਾਰੀ ਕੀ ਹੁੰਦਾ ਕਿ ਆਪਾਂ ਸਾਰਿਆਂ ਨੂੰ ਨੌਲੇਜ ਦੀ ਤਾਂ ਜ਼ਰੂਰਤ ਹੈਗੀ ਆ, ਕਿਉਂਕਿ ਤੁਸੀਂ ਤਾਂ ਵਾਈਡਲੀ ਇਹਨੂੰ ਕਵਰ ਕਰਨਾ, ਤੁਸੀਂ ਇਸ ਸਬਜੈਕਟ ਨੂੰ ਅੱਗੇ ਲੈ ਕੇ ਜਾਣਾ, ਔਰ ਇਹਦੇ ਲਈ ਆਪਾਂ ਸੀਰੀਅਸਲੀ ਆਪਾਂ ਵੀ ਕਿਉਂਕਿ ਇੱਕ ਪਲੇਟਫਾਰਮ ਅਲੱਗ ਜਿਹੜਾ ਉਹ ਮੀਡੀਆ ਲਈ ਬਣਾ ਲਾਂਗੇ, ਤਾਂ ਕਿ ਕਿਸੇ ਨੂੰ ਡਿਸਟਰਬੈਂਸ ਵੀ ਨਾ ਹੋਵੇ, ਤੇ ਆਪਾਂ ਉਹਨਾਂ ਦੀ ਗੱਲ ਸੁਣ ਲਈਏ। ਉਹਨਾਂ ਦੀ ਗੱਲ ਸੁਣ ਕੇ ਜੋ ਵੀ ਉਹਨਾਂ ਦੀ ਐਕਸਪਰਟਸ ਦੀ ਰਾਏ ਹੈ, ਜੇ ਉਹਨਾਂ ਨੇ ਕੋਈ ਕੁਐਸਚਨ ਲੈਣੇ ਹੋਣਗੇ ਜਾਂ ਇਨ ਰਾਈਟਿੰਗ ਕੁਐਸਚਨ ਲੈਣੇ ਹੋਣਗੇ, ਜਾਂ ਆਪਾਂ ਸਾਰਾ ਕੁਝ ਉਹਦੀ ਰੂਪਰੇਖਾ ਬਣਾ ਕੇ, ਤੇ ਸਾਡੇ ਨਾਲ ਸਾਰਥੀ NGO ਵੀ ਆ, ਤਾਂ ਕਿ ਇਹ ਕਿਸੇ ਨੂੰ ਇਹ ਨਾ ਲੱਗੇ ਕਿ ਹਾਂ ਵੀ ਇਹ ਕਿਸੇ ਇੱਕ ਪਾਰਟੀਕੂਲਰ ਪਾਰਟੀ ਵੱਲੋਂ ਇਹ ਕਰਾਇਆ ਜਾ ਰਿਹਾ। ਨੋ, ਕਿਉਂਕਿ ਮੈਂ ਜਾਖੜ ਸਾਹਿਬ ਨਾਲ ਵੀ ਗੱਲ ਕਰੂੰਗਾ, ਮੈਂ ਸੁਖਬੀਰ ਬਾਦਲ ਨਾਲ ਵੀ ਗੱਲ ਕਰੂੰਗਾ ਕਿ ਆ ਜਾਓ ਯਾਰ, ਇਹਦੇ ਤੇ ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਤੇ ਵੇ ਫਾਰਵਰਡ, ਜਿਹੜੀਆਂ ਗਲਤੀਆਂ ਜਿਹਨੇ ਕੀਤੀਆਂ ਇਹ ਐਕਸਪਰਟ ਕਹਿਣਗੇ, ਆਪੇ ਜੋ ਕਹਿਣਾ ਇਹਨਾਂ ਨੇ ਕਹਿਣਗੇ ਵੀ ਹਾਂ ਵੀ ਫਲਾਣੇ ਟਾਈਮ ਇੱਦਾਂ ਹੋਇਆ ਸੀ, ਫਲਾਣੇ ਟਾਈਮ ਇੱਦਾਂ ਹੋਇਆ ਸੀ, ਵੀ ਡੋਂਟ ਮਾਈਂਡ, ਬਟ ਐਟ ਦਾ ਸੇਮ ਟਾਈਮ ਆਪਾਂ ਇਹਨੂੰ ਵੇ ਫਾਰਵਰਡ ਤਾਂ ਦੇਖੀਏ ਵੀ ਐਕਚੁਅਲੀ ਜਾਣਾ ਇਹ ਕਿੱਥੇ ਆ, ਤੇ ਸਾਡਾ ਲੀਗਲ ਸਟੈਂਡ ਕੀ ਆ, ਤੇ ਸਾਡਾ ਅਦਰਵਾਈਜ਼ ਸਟੈਂਡ ਕੀ ਆ, ਤੇ ਪੰਜਾਬ ਤੇ ਹਰਿਆਣੇ ਦੀ ਇਹਦੀ ਸੋਲੂਸ਼ਨ ਕਿੱਥੋਂ ਨਿਕਲ ਸਕਦੀ ਆ, ਤਾਂ ਕਿ ਕੰਟਰੀ ਜਿਹੜਾ ਉਹ ਠੀਕ ਪਾਸੇ ਨੂੰ, ਕਿਉਂਕਿ BJP ਆਪਣਾ, ਕਿਉਂਕਿ ਜਦੋਂ ਪੋਲੀਟੀਕਲ ਸਿਸਟਮ ਦੇ ਵਿੱਚ ਮੈਂ ਦੇਖਦਾ ਬਰਾਉਨੀ ਪੁਆਇੰਟ ਇੱਕ ਦੂਸਰੇ ਤੇ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਉਹਦੇ ਚੋਂ ਨਿਕਲਦਾ ਕੁਛ ਨਹੀਂ ਹੈ। ਕੌਣ ਕਹਿੰਦਾ ਬਲੇਮ ਗੇਮ ਕਰਦੇ ਆ, ਉਹਦੇ ਚੋਂ ਨਿਕਲਦਾ ਕੁਛ ਨਹੀਂ ਹੈ। ਔਰ ਮੈਂ ਆ ਜਿਹੜਾ ਆਉਣ ਵਾਲਾ ਜਿਹੜਾ 1 ਤਰੀਕ ਆ, ਉਹ ਤਾਂ ਪਿਓਰਲੀ ਇੱਕ ਜਿੱਦਾਂ ਨਾਟਕ ਨਹੀਂ ਕਰਨਾ ਚਾਹੁੰਦੇ ਹੁੰਦੇ ਵੀ ਸ਼ਾਇਦ ਇਹ ਪੋਲੀਟੀਕਲ ਰੈਲੀ ਆ ਤੇ ਪਤਾ ਨਹੀਂ ਉੱਥੇ ਕੀ ਕਹਿਣਾ ਕੀ ਨਹੀਂ ਕਹਿਣਾ, ਬਈ ਜੋ ਜਿਹਨੇ ਕੀਤਾ ਉਹਨੂੰ ਸਜ਼ਾ ਵੀ ਮਿਲੀ ਆ ਜਾਂ ਸਜ਼ਾ ਮਿਲ ਵੀ ਰਹੀ ਆ, ਪਰ ਆਪਾਂ ਇਹ ਤਾਂ ਦੇਖੀਏ ਵੀ ਆਪਾਂ ਨਵੀਂ ਜਨਰੇਸ਼ਨ ਨੂੰ ਇਹਦੇ ਨੂੰ ਕਿੱਧਰ ਨੂੰ ਤੋਰਨਾ ਹੈਗਾ, ਤਾਂ ਕਿ ਆਪਾਂ ਪੰਜਾਬ ਨੂੰ ਠੀਕ ਪਾਸੇ ਨੂੰ ਇਸ ਲੈਵਲ ਤੇ ਤੋਰ ਸਕੀਏ। ਕਿਉਂਕਿ ਪੰਜਾਬ ਦਾ ਜਿੰਨਾ ਕੁ ਵੀ ਪਾਣੀ ਦੀ ਗੱਲ ਸਮਝ ਆਉਂਦੀ ਆ, ਕਿਉਂਕਿ ਲਗਭਗ 14 ਲੱਖ ਟਿਊਬਵੈੱਲ ਹੈਗੇ ਆ, ਜਿਹਦੇ ਨਾਲ ਲਗਭਗ 10,000 ਕਰੋੜ ਰੁਪਈਏ ਦੀ ਅਸੀਂ ਜੇ ਬਿਜਲੀ ਵੀ ਖਰਚਦੇ ਹਾਂ, ਉਹਦੇ ਨਾਲ ਜਿਹੜੇ ਸਾਡੇ, ਮੈਨੂੰ ਲੱਗਦਾ ਮੋਸਟ ਆਫ ਦਾ ਜਿਹੜੇ ਸਾਡੇ ਬਲਾਕਸ ਹੈਗੇ ਆ ਉਹ ਡਰਾਈ ਜ਼ੋਨ ਦੇ ਵਿੱਚ ਜਾ ਰਹੇ ਆ, ਜਿਹੜੀਆਂ WHO ਦੀਆਂ ਜਾਂ ਜਿਹੜੀਆਂ ਆਰਗੇਨਾਈਜੇਸ਼ਨਸ ਆ ਇਹਨਾਂ ਦੀਆਂ ਰਿਪੋਰਟਸ ਹੈਗੀਆਂ। ਸੋ ਉਹਨੂੰ ਦੇਖ ਤਾਂ ਲਈਏ ਵੀ ਅਸੀਂ ਸਾਡੇ ਲਈ ਵੇ ਫਾਰਵਰਡ ਕੀ ਆ। ਸੋ ਇਹਦੇ ਲਈ ਮੈਂ ਤੁਹਾਨੂੰ ਅੱਜ ਰਿਕੁਐਸਟ ਕਰਨ ਲਈ ਇੱਥੇ ਬੁਲਾਇਆ ਹੈਗਾ। ਤੇ ਮੈਂ ਕੱਲ ਪਹਿਲੀ ਵਾਰੀ ਯੂਨੀਵਰਸਿਟੀ ਦੇ ਵਿੱਚ ਆਇਆ ਸੀ, ਤੇ ਮੈਂ ਕਿਹਾ ਦੇਖਿਆ ਮਾਹੌਲ ਜਿਹਾ ਬੜਾ ਵਧੀਆ, ਨਾਲੇ ਤਾਂ ਚਾਹ ਦਾ ਕੱਪ ਇਕੱਠੇ ਹੋ ਕੇ ਪੀ ਲੈਂਦੇ ਆ, ਤੇ ਨਾਲੇ ਜਿਹੜੀ ਤੁਹਾਡੇ ਨਾਲ ਇਹ ਜਿਹੜੀ ਆ ਗੱਲ ਸਾਂਝੀ ਕਰ ਲੈਂਦੇ ਆ। 27 ਤਰੀਕ ਨੂੰ 11 ਅਸੀਂ 1-2 NGOs ਹੋਰ ਟਾਈ ਅਪ ਕਰ ਰਹੇ ਹਾਂ, ਸੋ ਦੈਟ ਕਿ ਇਹ ਬੇਸਿਕਲੀ ਇਹਦਾ ਪਲੇਟਫਾਰਮ ਇੰਨਾ ਖੁੱਲ੍ਹਾ ਕਰਨਾ ਚਾਹੁੰਦੇ ਆ ਵੀ ਤਾਂ ਕਿ ਕਿਸੇ ਨੂੰ ਲੱਗੇ ਨਾ ਕਿ ਇਹ ਪਾਰਟੀਕੂਲਰ ਕੋਈ ਬੰਦਾ ਕਰਾ ਰਿਹਾ, ਕੋਈ ਕੁਛ ਕਰਾ ਰਿਹਾ। ਇਹ ਪੰਜਾਬ ਪੋਲੀਟੀਕਲ ਮੈਂ ਕਿਹਾ ਪੋਲੀਟੀਕਲ ਧਿਰਾਂ ਨਾਲ ਨਹੀਂ NGO ਕੋਆਰਡੀਨੇਟਰ ਆ, ਜਸਟ ਕੋਆਰਡੀਨੇਟਰ NGO ਇਸ ਕਰਕੇ ਆ ਕਿਉਂਕਿ ਉਹ ਪੋਲੀਟੀਕਲ ਧੜੇ ਜਿਹੜੇ ਕੰਟਰੀਬਿਊਟਰਸ ਆ ਪੋਲੀਟੀਕਲ ਹੀ ਆ ਸਾਰੇ, ਮਤਲਬ ਪੋਲੀਟੀਕਲ ਧੜਿਆਂ ਤੋਂ ਕੋਈ ਵੱਖਰੀ ਚੀਜ਼ ਨਹੀਂ, ਸਿਰਫ ਇੱਕ ਕੰਟਰੀਬਿਊਸ਼ਨ ਕਰਕੇ ਇੱਕ ਪਲੇਟਫਾਰਮ ਜਿਹੜਾ ਵਾ ਉਹ ਅਸੀਂ ਚਾਹੁੰਦੇ NGOs ਲੈ। ਦੋਸਤ ਕਿਸੇ ਨੂੰ ਐ ਨਾ ਲੱਗੇ ਵੀ ਇਹ ਕੋਈ ਪਾਰਟੀਕੂਲਰ ਪਾਰਟੀ ਕਰਾ ਰਹੀ ਆ,
इस करके ਅਸੀਂ ਉਹ ਦੇ ਆਰ ਜਸਟ ਕੋਆਰਡੀਨੇਟਰ ਬਟ ਆਉਣਗੇ ਸਾਰੇ ਪੋਲੀਟੀਕਲ ਬੰਦੇ। ਬਿਲਕੁਲ ਮੈਂ ਤਾਂ ਇਨਵਾਈਟ ਕਰੂੰਗਾ, ਸਾਡੇ ਜਿਹੜੇ ਵੀ ਹੁਣ ਸਮੇਂ ਦੇ ਚੀਫ ਮਿਨਿਸਟਰ ਹੈ ਮੈਂ ਉਹਨਾਂ ਨੂੰ ਵੀ ਇਨਵਾਈਟ ਕਰੂੰਗਾ, ਸਾਰਿਆਂ ਨੂੰ ਇਨਵਾਈਟ ਕਰਾਂਗੇ। ਸਾਰੇ ਆਪਾਂ ਬੈਠੇ ਸਾਨੂੰ ਨਹੀਂ ਮੋਰਲੀ ਨੌਲੇਜ ਨਹੀਂ ਹੋਈ ਇਸ ਮੁੱਦੇ ਬਾਰੇ ਹੈ ਨਾ, ਟਾਈਮ ਤੋਂ ਵੀ ਕਿਸੇ ਦਾ ਵੀ ਡਾਇਰੈਕਟ ਸਬਜੈਕਟ ਨਹੀਂ ਰਿਹਾ, ਪਰ ਮੀਂਹ ਕੇ ਪੰਜਾਬੀ ਜਬ ਮੀਂਹ ਕੇ ਪੰਜਾਬ ਦਾ ਵਾਸੀ ਸਭ ਨੂੰ ਦੀ ਰਿਐਲਿਟੀ ਪਤਾ ਹੈ। ਕਿਤੇ ਨਾ ਕਿਤੇ ਹੁਣ ਜਿਹੜਾ ਤੁਸੀਂ ਕਹੋਗੇ ਇਹ ਪ੍ਰੋਗਰਾਮ ਹੋਏਗਾ ਇੰਪਲੀਮੈਂਟੇਸ਼ਨ ਪ੍ਰੋਪਰਲੀ ਜਾ ਕੇ ਗਵਰਨਮੈਂਟ ਦੀ ਫਿਰ ਕੀ ਲੱਗਦਾ ਵੀ ਉਹਦਾ ਰਿਜ਼ਲਟ ਤਾਂ ਫਿਰ ਵੀ ਕੋਈ ਆਊਟਕਮ ਨਹੀਂ ਦੇਖੋ ਜਦੋਂ ਵੀ ਵਾਈਡਰ ਲੈਵਲ ਤੇ ਡਿਸਕਸ਼ਨ ਹੁੰਦੀ ਆ ਗਵਰਨਮੈਂਟ ਨੂੰ ਵੀ ਉਹੋ ਜਿਹੇ ਐਕਟ ਕਰਨੇ ਪੈਂਦੇ ਆ, ਕਿਉਂਕਿ ਐਕਚੁਅਲੀ ਕੀ ਆ ਗਵਰਨਮੈਂਟ ਦਾ ਮਤਲਬ ਇਹ ਆ ਕਿ ਕੋਈ ਸਾਡੇ MLA ਆ, ਕੋਈ MPs ਹੈ, ਕੋਈ ਕਿਉਂਕਿ ਜਦੋਂ ਕਿਤੇ ਵੀ ਟੌਪਿਕ ਤੇ ਗੱਲ ਕਰਦੇ ਆ ਜਦੋਂ ਉਹਨੂੰ ਨੌਲੇਜ ਨਹੀਂ ਹੈ ਤੇ ਉਹ ਇਧਰੋਂ ਕੁਝ ਫੜ ਕੇ ਕੁਝ ਉਧਰੋਂ ਫੜ ਕੇ ਇਹਦੀ ਅਸੀਂ ਡਾਕੂਮੈਂਟੇਸ਼ਨ ਕਰਾ ਕੇ ਈਵਨ ਕਿ ਵਾਈਡਲੀ ਉਹਨੂੰ ਸਪਰੈਡ ਕਰਾਂਗੇ ਤਾਂ ਕਿ ਇਹ ਇੱਕ ਉਹ ਡਾਕੂਮੈਂਟ ਬਣ ਜੂ ਜਿਹੜੇ 6-7 ਬੰਦੇ ਜਿਹੜੇ ਅਥਾਰਟੀ ਆ ਕਮ ਸੇ ਕਮ ਉਹਨਾਂ ਦੇ ਮੂੰਹ ਚੋਂ ਜਿਹੜੀ ਗੱਲ ਆਈ ਹੋਊਗੀ ਤੇ ਉਹਨੂੰ ਕਮ ਸੇ ਕਮ ਅਸੀਂ ਫੋਲੋ ਤਾਂ ਕਰ ਸਕਾਂਗੇ। ਸਾਥੀ ਜੋ ਬੈਠਾ ਕੋਈ ਹਾਂ ਇਹ ਦੱਸੋ ਸਾਥੀ ਬਾਰੇ ਬੈਕਗ੍ਰਾਉਂਡ ਤੇ ਕਿੰਨਾ ਪ੍ਰੋਜੈਕਸ਼ਨ ਹੈ। ਸਾਰਥੀ 2013 ਤੋਂ ਅਸੀਂ ਸਾਰਥੀ 2013 ਚ ਅਸੀਂ ਲਾਂਚ ਕੀਤੀ ਸੀ, ਅਸੀਂ ਯੂਨੀਵਰਸਿਟੀ ਸਟੂਡੈਂਟਸ ਹੀ ਸੀ ਉਦੋਂ। ਸੋ ਸਾਰਥੀ ਅਸੀਂ ਲਾਂਚ ਕੀਤੀ ਇਸ ਮਕਸਦ ਨਾਲ ਕਿ ਯੂਥ ਨੂੰ ਇੱਕ ਪਲੇਟਫਾਰਮ ਦਿੱਤਾ ਜਾਵੇ ਵੇਅਰ ਦੇ ਕੈਨ ਕਮ ਆਪਣੇ ਜਿਹੜੇ ਐਕਸਪੈਰੀਮੈਂਟਸ ਹੈ ਆਪਣੀ ਜੋ ਕੰਮ ਕਰਨਾ ਚਾਹੁੰਦੇ ਹੈ ਜੋ ਅਦਰਵਾਈਜ਼ ਅਸੀਂ ਪੋਲੀਟੀਕਲੀ ਵੀ ਯੂਨੀਵਰਸਿਟੀ ਇਨਵੋਲਵਡ ਰਹੇ ਬਟ ਪੋਲੀਟੀਕਲ ਸਪੇਸ ਕਦੇ ਕਦੇ ਤੁਹਾਨੂੰ ਉਹ ਸਪੇਸ ਨਹੀਂ ਦੇ ਪਾਉਂਦੀ ਜੋ ਇੱਕ NGO ਦੇ ਸਕਦੀ ਹੈ, ਸਪੈਸ਼ਲੀ ਜਦ ਤੁਸੀਂ ਸੁਸਾਇਟੀ ਲਈ ਕੰਮ ਕਰਨ ਜਾਣਾ। ਸੋ ਅਸੀਂ ਜਦ ਯੂਨੀਵਰਸਿਟੀ 'ਚ ਹੀ ਸੀ ਅਸੀਂ NGO ਬਣਾਈ ਹੈ ਚੰਡੀਗੜ੍ਹ 'ਚ ਨੇਬਰਿੰਗ ਮੋਹਾਲੀ ਚੱਪੜਚਿੜੀ ਮੇਰਾ ਆਪਣਾ ਪਿੰਡ ਹੈ, ਅਸੀਂ ਉੱਥੇ ਸਕੂਲ ਅਡਾਪਟ ਕੀਤੇ ਹੋਏ, ਰੋਪੜ ਸਾਈਡ ਕੀਤੇ ਹੋਏ ਆ, ਬਾਪੂ ਧਾਮ ਹੈ ਇੱਥੇ, ਅਸੀਂ ਉੱਥੇ ਕੰਮ ਕਰਦੇ ਰਹੇ ਹਾਂ। ਸੋ ਮੇਨਲੀ ਇੱਕ ਪਲੇਟਫਾਰਮ ਪ੍ਰੋਵਾਈਡ ਕਰਨ ਦਾ ਕੰਮ ਕੀਤਾ ਸਾਰਥੀ ਨੇ ਪਿਛਲੇ 10 ਸਾਲਾਂ। ਅੱਜ 10 ਸਾਲ ਹੋ ਗਏ ਐਂਡ ਵੀ ਫੀਲ ਕਿ ਨਾਟ ਜਸਟ ਚੰਡੀਗੜ੍ਹ ਐਂਡ ਸਰਾਊਂਡਿੰਗ ਏਰੀਆਜ਼ ਬਟ ਪੰਜਾਬ 'ਚ ਅਦਰਵਾਈਜ਼ ਵੀ ਸਾਡੇ ਨਾਲ ਦੇ ਜਿਹੜੇ ਬੱਚੇ ਹੈ ਪਾਸ ਆਊਟ ਹੋ ਗਏ, ਸਾਡੇ ਪੁਰਾਣੇ ਵॉलंटियर्स ਹੈ ਐਂਡ ਹੋਰ ਵੀ ਸਾਡੇ ਸੀਨੀਅਰਸ ਹੈ ਬੈਠੇ ਹੋਏ ਹੈ ਜੋ ਇਨਵੋਲਵਡ ਰਹੇ ਹੈ ਓਵਰ ਅ ਪੀਰੀਅਡ ਆਫ ਟਾਈਮ। ਐਕਚੁਅਲੀ ਆਈਡੀਆ ਤੇ ਆ ਕੋਈ ਨਾ ਕੋਈ ਕੋਆर्डिनेशन ਕਰਨ ਲਈ ਧਿਰ ਚਾਹੀਦੀ ਆ। ये जो इनिशिएटिव है ये आपका है या कांग्रेस का? नहीं हमारा ही है, कांग्रेस का इसमें क्योंकि एज ए पार्टी कुछ नहीं है, मैं तो सिर्फ इसलिए ये काम कर रहे हैं ताकि जो लोगों को समझ आ सके कि एक्चुअल बात क्या है। काम कर रहे हैं तो क्या इसमें हरियाणा के भी कोई लीडर बुलाएंगे ताकि हम उनसे भी किसी 2-4 लोगों से बात हुई है तो उनको भी कहेंगे कि आप भी आओ सो दैट कि हरियाणा का भी जो कोई इशू है हरियाणा पंजाब इसकी बात करेगा, हरियाणा वाला हरियाणा इसकी बात करेगा। एक्चुअली ये जो एक्सपर्ट्स है मेरी इनसे वैसे थोड़ी बहुत इनसे डिस्कशन हुई है, दे वर टॉकिंग अबाउट हरियाणा ऑल्सो कि इसका वे फॉरवर्ड क्या है, इवन कि दे आर टॉकिंग अबाउट द कंट्री की हाँ भी हमारा कंट्री का पानी के ऊपर वे फॉरवर्ड क्या है। दीज आर द एक्सपर्ट, ये किसी के वो नहीं है जो मैंने इनसे बात की है कि हाँ जी किसी पार्टिकुलर पार्टी के बारे में बोलेंगे, किसी पार्टिकुलर स्टेट के बारे में बोलेंगे, दे जस्ट स्पीक ऑन द वर्ड। आपका क्या इंटरेस्ट है इसके पीछे? मेरा तो ये इंटरेस्ट है कि मैं बीइंग MLA मैं ये महसूस करता हूँ कि पॉलिटिकल क्लास को बहुत कम नॉलेज है इसके बारे में। सर एक MLA के लिए सबसे पहले उसकी पार्टी होती है, हाँ होती है। आपने अपने पार्टी मुखिया से नहीं कहा कि आप इसके लिए कुछ वर्कशॉप करो या कुछ? यार पार्टी का एजेंडा या पार्टी ने इसको किस लेवल पर लेके जाना है वो उसका मेरे को नॉलेज तो होनी चाहिए कि नॉलेज नहीं होनी चाहिए। ये तो एक इंटेलेक्चुअल फोरम है जिसके ज़रिए हम ये चाहते हैं कि देखो हर चीज़ होश और जोश का सुमेल होता है, ना कुछ जोश से होती है दुनिया में ना कुछ होश से होती है। तो अगर यहाँ सुमेल हो जाता है, क्योंकि मैंने तो ये स्पोर्ट्स में भी देखा है अदरवाइज भी देखा है, दुनिया में जहाँ जहाँ दोनों का कॉम्बिनेशन होगा वहाँ बेटर रिजल्ट आएंगे, अदरवाइज जोश वाले कहीं और घूमते रहेंगे, होश वाले कहीं और घूमते रहेंगे। सर अभी जो ये SYL के पानी का मामला है हरियाणा में जिस जगह पे जाना है अहिरवाल उसके जिनको बोलते हैं दक्षिण साउथ हरियाणा, तो वहाँ के जो लीडर है राव इंद्रजीत सिंह उनका इंटरव्यू 3-4 दिन पहले ही आया, तो उनसे पत्रकार ने सवाल किया कि SYL की क्या आप फिजिबिलिटी देखते हैं, आपके इलाके में पानी आए, तो उन्होंने कहा कि ये पानी पूरी कुछ नहीं आना है, ना हम इसके लिए कोई मूवमेंट करें। तो हरियाणा में जो जिस इलाके में पानी जाना है उसमें भी कोई मूवमेंट नहीं है, उसके लीडर भी कह रहे हैं कि इसकी कोई फिजिबिलिटी बची नहीं है पानी वानी आने की। तो इसके बावजूद भी मतलब पंजाब में इतना आप इसको गर्म मुद्दा क्यों देख रहे हो? दूसरा क्या जो
जो आपका आप जितनी भी पॉलिटिकल क्लास है, एनजीओ क्लास है, जो इस पानी के मुद्दे के पीछे जो रेडिकल मूवमेंट भी रहा है, और उस रेडिकल मूवमेंट को भी आप रिकॉग्नाइज करोगे या फिर एक अपने लिबरल टॉक्स के साथ उसको आपके साथ? नहीं, बेसिकली देखो, हम तो यार लिबरल हैं। हम तो ये कहते हैं कि देखो, अगर हरियाणा को भी कहीं ना कहीं जाना हो, ठीक है ना, तो वो भी अपना पक्ष पेश करे। मेरी कोई पर्सनल इसमें कुछ राय नहीं है, मैंने तो बोलना भी नहीं है। मैं तो ये बंदे, अगर आप हरियाणा से कोई देखते हो कोई ऐसा एक्सपर्ट है तो मेरे को नंबर दे दो प्लीज़, मैं आई विल गेट इन टच विद हिम, और उनको भी इनवाइट करेंगे सो दैट कि सबका ही इसमें पक्ष जो है वो देखा जा सकता है। अगर जी डिस्कशन होगा सारे चीज भी होगी, लेकिन बड़ी गल है कि अकाली दल ने अच्छा जताया सी कि एक डिबेट हो जा रही है, उस डिबेट की आड़ ਦੇ ਵਿੱਚ ਸਰਵੇਖਣ ਟੀਮਾਂ ਕੇਂਦਰ ਦੀਆਂ ਪੰਜਾਬ ਦੇ ਵਿੱਚ ਆ ਰਹੀਆਂ, ਉਹ ਲੈ ਕੇ ਪਹਿਲਾਂ ਵੀ ਦੇਣ ਜਾ ਰਹੇ। ਦੇਖੋ ਇਸੇ ਕਰਕੇ ਆਪਾਂ 27 ਤਰੀਕ ਇਸੇ ਕਰਕੇ ਵੀ ਤਾਂ ਕਿ ਆਪਾਂ ਇਹਦੀ ਸਮਝ ਤਾਂ ਲਈਏ, ਇਹਦੀ ਰੂਪਰੇਖਾ ਤਾਂ ਸਮਝ ਲਈਏ, ਐਕਚੁਅਲ ਪ੍ਰੋਬਲਮ ਹੈ ਕਿੱਥੇ ਆ, ਇਹਦਾ ਸੋਲੂਸ਼ਨ ਕੀ ਆ। ਹੋ ਸਕਦਾ ਜਿਹੜੇ ਇਹ ਇੰਟੈਲੈਕਚੁਅਲ ਹੈ, ਕਿਉਂਕਿ ਇਹਨਾਂ ਨੂੰ ਬਹੁਤ ਜ਼ਿਆਦਾ ਸੁਣਿਆ ਨਹੀਂ ਜਾਂਦਾ, ਕਿਉਂਕਿ ਪੋਲੀਟੀਕਲ ਬੰਦਾ ਖੁਦ ਬੋਲਣੋਂ ਹਟਦਾ ਨਹੀਂ ਹੈ, ਤੇ ਐਕਸਪਰਟਸ ਨੂੰ ਮਾੜਾ ਮੋਟਾ ਹੀ ਕਿਤੇ ਸੁਣ ਕੇ ਆਪਾਂ ਇਹ ਚਾਹੁੰਦੇ ਆ ਵੀ 2, 2.5, 3 ਘੰਟੇ ਦੀ ਡਿਸਕਸ਼ਨ ਹੋਵੇ, ਜਿਹਦੇ ਵਿੱਚ ਪ੍ਰੋਪਰਲੀ ਅਸੀਂ ਇਹਦੀ ਵੀਡੀਓਗ੍ਰਾਫੀ ਕਰਕੇ, ਇਹਨੂੰ ਪ੍ਰੋਪਰਲੀ ਡਾਕੂਮੈਂਟੇਸ਼ਨ ਕਰਕੇ, ਤਾਂ ਕਿ ਇਹਨੂੰ ਸਾਰਿਆਂ ਕੋਲ ਪਹੁੰਚਾਈਏ ਜਿੱਥੇ ਵੀ ਇਹ ਪਹੁੰਚ ਸਕਦਾ, ਜਿਹੜਾ ਕੁਝ ਗੱਲ ਕਰਦਾ ਹੋਵੇ, ਸੋ ਦੈਟ ਕਿ ਕੱਲ ਨੂੰ ਜਿਹੜੀ ਵੀ ਪੋਲੀਟੀਕਲ ਪਾਰਟੀ ਆ, ਮੈਨੂੰ ਲੱਗਦਾ ਕਿਉਂਕਿ ਪੋਲੀਟੀਕਲ ਪਾਰਟੀਆਂ ਗੱਲ ਕਿੱਥੋਂ ਲੈਂਦੀਆਂ, ਇਹਨਾਂ ਲੋਕਾਂ ਕੋਲੋਂ ਹੀ ਸਮਝਦੀਆਂ ਨਾ, ਇਹਨਾਂ ਲੋਕਾਂ ਕੋਲੋਂ ਹੀ ਗੱਲ ਕਰਦੀਆਂ ਨਾ, ਤਾਂ ਕਿ ਇਹਨਾਂ ਦੀ ਵਾਈਡਰ ਗੱਲ ਹੋਊਗੀ ਤਾਂ ਮੈਨੂੰ ਲੱਗਦਾ ਉਸ ਦਾਇਰੇ ਤੋਂ ਪੋਲੀਟੀਕਲ ਲੋਕ ਵੀ ਬਾਹਰ ਨਹੀਂ ਜਾਣਗੇ। आप कोई डिसीजन ले लेंगे, सरकार उसको मानेगी या नहीं मानेगी, इसकी क्या गारंटी है? एक बात। दूसरी बात कि सुखबीर बादल कह रहे हैं कि हम ना तो कोई सर्वे होने देंगे, ना एक बूंद पानी देंगे। देखो, हरियाणा कह रहा है कि हम पानी लेकर के रहेंगे, तो इसका सोल्यूशन क्या है? नहीं देखो समझदार लोगों को सुनना तो चाहिए कि नहीं सुनना चाहिए। देखो, अगर आप कल को ये कहो, आप बहुत सी चीज़ें मीडिया पे बोलते हैं, सारी हो जाती हैं भाई, बहुत से लोग सुनते हैं, बहुत से लोग समझते हैं, तो जो लोग समझने वाले वो समझ भी जाते हैं, उसका अल्टीमेटली कुछ ना कुछ इफेक्ट। देखो, डेमोक्रेसी का जो चौथा पिलर है, लोग उसको सुनते हैं। आप ये कहोगे कि हाँ भाई पता नहीं, उसको सरकार उसको कई बार नहीं सुनती। ये जो आज की सरकार है, इनके बारे में तो मैं बहुत क्लियर हूँ भाई, करना तो है, लेकिन इसका मतलब उनको कोई कहने वाला नहीं होना चाहिए, उसके ऊपर कोई प्रेशर नहीं होना चाहिए। अल्टीमेटली डेमोक्रेसी में प्रेशर क्या है? लोगों का प्रेशर है। अल्टीमेटली डेमोक्रेसी कहती क्या है कि यार लोग तो समझे भी एक्चुअल प्रॉब्लम है क्या। उसके बाद भाई चौथे पिलर का काम भी यही है कि 3 पिलर क्या कर रहे हैं। जब 3 पिलरों के बारे में आप लोगों को बताते हैं तो तभी लोग डिसीजन लेते हैं। डेमोक्रेसी में यही है ना, कुछ और तो नहीं है। सो इसलिए हम ਬਈ ਜੋ ਮੈਂ ਕਹਿੰਦਾ ਕਿ ਜੋ ਵੀ ਐਕਸਪਰਟ ਕਹਿਣਗੇ, ਮੈਂ ਤਾਂ ਤੁਹਾਨੂੰ ਦੱਸਿਆ ਵੀ ਮੈਂ ਤਾਂ ਉਹਦੇ ਵਿੱਚ ਬੋਲਣਾ ਵੀ ਨਹੀਂ ਹੈ। ਮੈਂ ਸਿਰਫ ਜਿਹੜੇ ਐਕਸਪਰਟਸ ਹੈਗੇ ਆ, ਉਹ ਜਿਹੜੇ ਇਸ ਗੱਲ ਦੀ ਅਥਾਰਟੀ ਹੈਗੇ ਆ, ਕਿਉਂਕਿ ਜਿਨ੍ਹਾਂ ਨੇ 40 50 ਸਾਲ ਇਹਦੇ ਤੇ ਕੰਮ ਕੀਤਾ। ਐਕਚੁਅਲੀ ਵੈਸੇ ਮੈਂ ਤੁਹਾਨੂੰ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, ਸਾਡੇ ਅਸੀਂ ਕੀ ਕੀਤਾ, ਪੋਲੀਟੀਸ਼ੀਅਨ ਨੇ ਤੇ ਬਿਊਰੋਕਰੈਟ ਨੇ ਐਕਸਪਰਟ ਬਾਹਰ ਕੱਢ ਦਿੱਤੇ। ਉਹਦਾ ਨੁਕਸਾਨ ਕੀ ਹੋ ਰਿਹਾ? ਜਿਹਦਾ 30 40 ਸਾਲ ਦਾ ਤਜਰਬਾ ਆ, ਉਹਨੂੰ ਬੋਲਣ ਵੀ ਨਹੀਂ ਦਿੱਤਾ ਜਾਂਦਾ। ਪਾਣੀ ਦੀ ਵਾਟਾ ਟ੍ਰਿਬਿਊਨਲ ਨੇ ਕਰਨੀ ਹੈ, ਟ੍ਰਿਬਿਊਨਲ ਅੱਗੇ ਪੰਜਾਬ ਇੱਕ ਵੱਖਰੇ ਤੌਰ ਤੇ ਪੱਖ ਰੱਖ ਸਕਦਾ ਆ, ਤਾਂ ਜਿਹੜਾ ਇਸ ਮੁੱਦਾ ਜਾਂ ਬਿਆਨਾਂ ਦੇ ਵਿੱਚ ਮੁੱਦਾ ਆ, ਇਸ ਸਿਆਸੀ ਜਮਾਤ ਦਾ ਇੱਕ ਮੁੱਦਾ। ਮੈਂ ਤਾਂ ਇਹ ਗੱਲ ਕਰਦਾ ਕਿ ਆਪਾਂ ਇਹਨੂੰ ਇੰਟੈਲੈਕਚੁਅਲਸ ਨੂੰ ਸੁਣ ਸਕਦੇ ਕਿ ਨਹੀਂ। ਆਪਣੀ ਤਾਂ ਗੱਲ ਇੰਨੀ ਕੀ ਆ, ਮੈਂ ਵੀ ਸੁਣਨਾ ਹੈਗਾ। ਮੈਂ ਤਾਂ ਤੁਹਾਨੂੰ ਇੰਟੈਲੈਕਚੁਅਲ ਜਿਹੜੇ ਹੋਣਗੇ ਉਹ ਕਿਸੇ ਪ੍ਰਭਾਵ ਤੋਂ ਰਹਿਤ ਹੋਣਗੇ ਨਹੀਂ, ਮੈਂ ਤਾਂ ਕਿਤੇ ਨਾ ਕਿਤੇ ਫੇਵਰ ਕਿਸੇ ਨਾ ਕਿਸੇ ਕਿਉਂ ਫੇਵਰ ਕਰਨਾ? ਨਹੀਂ, ਉਹਦਾ ਡਿਸੀਜਨ ਕੋਰਾ ਹੋਏਗਾ। ਉਹਨਾਂ ਨੇ ਤਾਂ ਬਾਏ ਦ ਬੁੱਕ ਬੋਲਣਾ ਨਾ। ਉਹਨਾਂ ਦੇ ਕੋਲ ਤਾਂ ਜਿਹੜੀ ਅਥਾਰਟੀਜ਼ ਹੈ ਜਾਂ ਫਿਗਰਸ ਹੈ ਜਾਂ ਬਾਏ ਦ ਬੁੱਕ ਬੋਲਣਾ ਉਹਨਾਂ ਨੇ। ਬੁੱਕ ਤੇ ਹੋ ਸਕਦਾ ਹੈ ਕਿ ਗਲਤੀਆਂ ਕਿਸੇ ਤੋਂ ਪਿਛਲੇ ਸਮੇਂ 'ਚ ਹੋਈਆਂ ਹੋਣ, ਨੋ ਡਾਊਟ। ਦੇਖੋ, ਆਪਾਂ ਜੇ ਕੋਈ ਮੁੱਦਾ ਬਣਿਆ ਤਾਂ ਕਿਸੇ ਨਾ ਕਿਸੇ ਸਮੇਂ ਦੇ ਕਿਸੇ ਨਾ ਕਿਸੇ ਤੋਂ ਗਲਤੀਆਂ ਹੋਈਆਂ, ਲੈਟਸ ਬੀ ਵੈਰੀ ਕਲੀਅਰ। ਠੀਕ ਹੈ, ਜਿੱਥੇ ਗਲਤੀਆਂ ਹੋਈਆਂ ਉਹ ਉਸ ਗੱਲ ਤੋਂ ਅੱਗੇ ਆਉਣ ਵਾਸਤੇ ਆਪਾਂ ਨੂੰ ਗੱਲ ਨੂੰ
ਢਕਣ ਵਾਸਤੇ ਜਾਂ ਉਸ ਗੱਲ ਨੂੰ ਸਮਝਣ ਵਾਸਤੇ ਫੈਕਟਸ ਤੇ ਫਿਗਰ ਤਾਂ ਸਹੀ ਕਰਨੇ ਪੈਣਗੇ। ਅੱਛਾ, ਜਿੱਦਣ ਇਹ ਗਲਤੀਆਂ ਹੋਈਆਂ ਸੀ, ਹੋ ਸਕਦਾ ਉਦੋਂ ਫਿਗਰਸ ਹੋਰ ਹੋਣ, ਉਦੋਂ ਫੈਕਟਸ ਹੋਰ ਹੋਣ, ਹੋ ਸਕਦਾ ਅੱਜ ਇੰਨੇ ਸਾਲਾਂ ਬਾਅਦ ਫੈਕਟਸ ਤੇ ਫਿਗਰ ਹੋਰ ਹੋਣ। ਤੇ ਨਾਲੇ ਇੱਕ ਮੇਰੀ ਬੇਨਤੀ ਹੋਰ ਹੈ, ਦੇਖੋ ਤੁਸੀਂ ਸਾਰੇ ਸਿਆਣੇ ਬੰਦੇ ਹੋ ਕਿ ਅੱਜ ਦੇ ਸਮੇਂ 'ਚ ਕਈ ਇਸ਼ੂ ਇਹੋ ਜਿਹੇ ਹੈ ਜਿਹੜੇ ਲਾਰਜਰ ਦੈਨ ਪੋਲਿਟਿਕਸ ਹੈ। ਦੇਖੋ ਲੈਟਸ ਬੀ ਵੈਰੀ ਕਲੀਅਰ, ਕਈ ਇਸ਼ੂ ਇਹੋ ਜਿਹੇ ਜਿਹੜੇ ਲਾਰਜਰ ਦੈਨ ਪੋਲਿਟਿਕਸ ਹੈ। ਜਦੋਂ ਅਸੀਂ ਉਹਨਾਂ ਇਸ਼ੂਜ਼ ਨੂੰ ਡੀਲ ਕਰਦੇ ਹਾਂ ਤੇ ਮੈਂ ਸਮਝਦਾ ਸਾਨੂੰ ਸਾਰਿਆਂ ਦੀ ਗੱਲ ਸੁਣਨੀ ਚਾਹੀਦੀ, ਬਿਕੋਜ਼ ਜਿਹੜੇ ਉਹ ਇਸ਼ੂਜ਼ ਹੈ ਉਹ ਇਕੱਲੇ 5 ਸਾਲ ਵਾਸਤੇ ਨਹੀਂ ਕਿ ਕਿਸੇ ਦੀ ਸਰਕਾਰ ਆਈ ਤੇ ਕਿਸੇ ਦੀ ਚਲੀ ਗਈ। ਉਹ ਇਸ਼ੂਜ਼ ਨੇ ਇੰਪੈਕਟ ਜਿਹੜਾ ਰੱਖਣਾ ਹੈ ਉਹ ਆਉਣ ਵਾਲੇ ਜਨਰੇਸ਼ਨ ਤੇ ਰੱਖਣਾ, ਆਉਣ ਵਾਲੇ ਪੰਜਾਬ ਤੇ ਰੱਖਣਾ, ਜਦੋਂ ਅਸੀਂ ਨਹੀਂ ਵੀ ਹੋਵਾਂਗੇ ਉਦੋਂ ਵੀ ਰੱਖਣਾ। ਸੋ ਇਸ ਕਰਕੇ ਬੇਨਤੀ ਹੈ ਕਿ ਇਹ ਜੇ ਅਸੀਂ ਸੋਚ ਲੈ ਕੇ ਚੱਲੇ ਹਾਂ, ਸਿਰਫ ਇਸ ਕਰਕੇ ਲੈ ਕੇ ਚੱਲੇ ਹਾਂ ਕਿ ਜਿਹੜੇ ਇਸ਼ੂਜ਼ ਲਾਰਜਰ ਦੈਨ ਪੋਲਿਟਿਕਸ ਹੈ ਉਹਨਾਂ ਤੇ ਸਾਰਿਆਂ ਨੂੰ ਇਕੱਠੇ ਹੋ ਕੇ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ ਤੇ ਇੱਕ ਰਾਏ ਬਣਾਉਣੀ ਚਾਹੀਦੀ ਹੈ ਤਾਂ ਕਿ ਪੰਜਾਬ ਦੀ ਭਲਾਈ ਹੋ ਸਕੇ। ਵੀ ਸ਼ੁੱਡ ਬੀ ਮੋਰ ਸੀਰੀਅਸ ਔਨ ਦੋਜ਼ ਇਸ਼ੂਜ਼ ਦੈਨ ਜਿਹੜੀ ਰੋਜ਼ ਦੀ ਅਸੀਂ ਤੂਤੂ ਮੈਂ ਕਰਦੇ ਹਾਂ। ਦਿਸ ਇਜ਼ ਬਿਕਮ ਏ ਪਾਰਟ ਆਫ ਪੋਲਿਟਿਕਸ ਹੋ ਗਈ ਹੈ, ਠੀਕ ਹੈ, ਬਟ ਔਨ ਸਰਟਨ ਇਸ਼ੂਜ਼ everyone should be more serious, and even media and even ਜਿਹੜੇ intellectuals ਹੈ they should all come together, ਆਪਣੇ ਸਿਰ ਜੋੜੋ ਤਾਂ ਕਿ ਪੰਜਾਬ ਨੂੰ ਕੁਝ ਸਰਟਨ ਇਸ਼ੂ ਜਿਹੜਾ ਲਾਰਜਰ ਲਾਈਫ ਹੈ ਜਿਨ੍ਹਾਂ ਦਾ ਇੰਪੈਕਟ ਆਉਣ ਵਾਲੇ ਬੱਚਿਆਂ ਤੇ ਪੈਣਾ ਉਹਨਾਂ ਤੇ ਅਸੀਂ ਇੱਕ ਆਮ ਰਾਏ ਬਣਾ ਕੇ ਇਸ ਪੰਜਾਬ ਨੂੰ ਸੇਧ ਦੇ ਸਕੀਏ। ਦੇਖੋ ਇੱਕ ਬੇਨਤੀ ਹੈ ਕਿ ਜ਼ਿੰਦਗੀ ਵਿੱਚ ਇਹ ਜ਼ਰੂਰੀ ਨਹੀਂ ਕਿ ਸਾਰਿਆਂ ਦੀ ਰਾਏ ਇੱਕੋ ਜਿਹੀ ਹੋਵੇ, ਪਰ ਆਈਡੀਆ ਫਲੋਟ ਕਰਨਾ ਕੋਈ ਮਾੜੀ ਗੱਲ ਨਹੀਂ। ਦੇਖੋ ਸਾਡੀ ਸੋਚ ਇਹ ਹੈ, ਇੱਕ ਪਾਸੇ ਹੋ ਸਕਦਾ ਪੋਲੀਟੀਕਲ ਪਾਰਟੀਆਂ ਦੀ ਸੋਚ ਹੋਵੇ, ਹੋ ਸਕਦਾ ਸਾਡੀ ਪਾਰਟੀ ਦੀ ਸੋਚ ਕਿ ਯਾਰ ਆਪਾਂ ਐ ਕਰ ਲਈਏ, ਆਪਾਂ ਬਰਾਉਨੀ ਪੁਆਇੰਟ। ਅਸੀਂ ਇਹ ਕਹਿੰਦੇ ਹਾਂ ਕਿ ਜਿਹੜੇ ਇਸ਼ੂ ਲਾਰਜਰ ਦੈਨ ਪੋਲਿਟਿਕਸ ਉਹਨਾਂ ਵਿੱਚ ਸਾਡੀ ਵੀ ਨੈਤਿਕ ਜ਼ਿੰਮੇਵਾਰੀ ਹੈ, ਦੂਜੀਆਂ ਪੋਲੀਟੀਕਲ ਪਾਰਟੀਆਂ ਦੀ ਨੈਤਿਕ ਜ਼ਿੰਮੇਵਾਰੀ ਹੈ, ਹਰੇਕ ਪੰਜਾਬੀ ਦੀ ਨੈਤਿਕ ਜ਼ਿੰਮੇਵਾਰੀ ਹੈ ਕਿ ਸਿਰ ਜੋੜੀਏ ਉਹਨਾਂ ਇਸ਼ੂਜ਼ ਤੇ ਘੱਟੋ ਘੱਟ ਇੱਕ ਇਹੋ ਜਿਹੀ ਲਾਈਨ ਬਣਾਈਏ ਜਿਹਦੇ 'ਚ ਆਉਣ ਵਾਲੇ 25-30 ਸਾਲਾਂ ਨੂੰ ਅਸੀਂ ਇੰਪੈਕਟ ਕਰਕੇ ਸਹੀ ਕਰ ਸਕੀਏ। ये डिबेट नहीं है, ये सेमिनार है। नहीं, वो तो यार वो तो ड्रामा है, वो तो इवेंट क्रिएशन है। अगर उन्होंने डिबेट करनी होती तो विधानसभा में करते। विधानसभा में तो 2 दिन का सेशन था, हम सोचते थे कि ये हफ्ता 10 दिन का होगा, लेकिन अनफॉर्चुनेटली ऐसा कुछ नहीं है, क्योंकि उनकी जो डिबेट है वो एक ड्रामेटिक डिबेट है। इसमें हमने किसी ने बोलना नहीं है, हमने ये नहीं कहना कि हाँ भाई उस पर सुखबीर बादल बैठा है, उस पर कोई बैठा है। हमने तो टोटल इनवाइट करना है उनको, आजो यार इन लोगों की बात सुन लें। हाँ बिल्कुल इनवाइट करांगे। मैं क्या बिल्कुल ओपन सदा भेजांगे। मेरी कोशिश है भी इनवाइट भी करके आवां, ਜਿਹੜੇ ਫਾਰਮਰ ਚੀਫ ਮਿਨਿਸਟਰ ਆ ਉਹਨਾਂ ਵੀ ਨੂੰ ਇਨਵਾਈਟ ਕਰ ਲਈਏ, ਜਿੰਨੇ ਸਾਡੇ 117 ਹੋਣ ਵਾਲੇ ਐਮਐਲਏ ਆ, ਈਵਨ ਮੈਂਬਰ ਰਾਜ ਸਭਾ ਹੈਗੇ ਆ, ਮੈਂਬਰ ਲੋਕ ਸਭਾ ਹੈਗੇ ਆ, ਅਸੀਂ ਸਾਰਿਆਂ ਨੂੰ ਈਵਨ ਕਿ ਜਿਹੜੇ ਲਾਅ ਸਟੂਡੈਂਟ ਹੈਗੇ ਆ ਇੱਥੇ ਦੇ ਉਹਨਾਂ ਨੂੰ ਵੀ ਕਿਹਾ, ਹੋਰ ਜਿਹੜੀਆਂ ਕੁਝ NGOs ਜਿਹੜੀਆਂ ਇਹਦੇ ਤੇ ਕੰਮ ਕਰ ਰਹੀਆਂ ਉਹਨਾਂ ਨੂੰ ਵੀ ਕਿਹਾ ਯਾਰ ਆਓ ਆਪਾਂ ਇੱਥੇ ਇਹਨੂੰ ਵਾਈਡਰ ਪਿਕਚਰ ਦੇ ਵਿੱਚ ਲੈ ਕੇ ਤਾਂ ਜਾਈਏ, ਸਾਡਾ ਇਸ਼ੂ ਕੀ ਆ, ਸਾਡੀ ਲੜਾਈ ਕੀ ਆ ਤੇ ਅਸੀਂ ਗਾਂ ਸਾਡਾ ਵੇ ਫਾਰਵਰਡ। ਥੈਂਕ ਯੂ। देखो ये सारे अपने ते डिपेंड करता भी आप इनू किन्ना क वाइडर एंगल च लैके जाने ਤਾਂ कि देखो मैं अगेन कहना ਜਿਹੜੀਆਂ पोलिटिकल पार्टियां वो जदों इशू लोगों ਦੇ ਵਿੱਚ ਜਾਂਦਾ ਉਹਦੀ ਜਿਹੜੀ ਸਿੰਸੈਰਿਟੀ ਉਹਦੀ ਜਿਹੜੀ ਸੈਂਸਿਟਿਵਿਟੀ ਆ ਉਹਦੇ ਦਾਇਰੇ ਦੇ ਵਿੱਚ ਰਹਿ ਕੇ ਬੋਲਣਗੀਆਂ, ਭਾਵੇਂ ਉਹ ਆਪਣੀ ਪਾਰਟੀ ਨੂੰ ਕਿਤੇ ਨਾ ਕਿਤੇ ਡਿਫੈਂਡ ਕਰਨਗੀਆਂ, ਬਟ ਉਹ ਅਲਟੀਮੇਟਲੀ ਉਸ ਦਾਇਰੇ ਦੇ ਵਿੱਚ ਰਹਿ ਕੇ ਜਿਵੇਂ ਸਰਵੇ ਦੀ ਗੱਲ ਹੋਈ ਹੈ, ਸਰਵੇ ਟੀਮ ਜਾ ਰਹੀਆਂ ਨੇ ਜਾਂ ਜਿਵੇਂ ਗੱਲ ਕਰ ਰਹੇ ਪੋਲੀਟੀਕਲੀ ਦੇਖੋ ਪੋਲੀਟੀਕਲੀ ਸਾਰੀਆਂ ਪਾਰਟੀਆਂ ਕਹਿੰਦੀਆਂ ਅਸੀਂ ਇੱਕ ਬੂੰਦ ਨਹੀਂ ਜਾਣ ਦੇਣੀ, ਇਹੀ ਗੱਲ ਕਹਿੰਦੇ ਆ ਨਾ ਤੁਸੀਂ।
ਮੈਂ ਕਹਿੰਦਾ ਵੀ ਉਹਦੇ ਵਿੱਚੋਂ ਜੋ ਕੁਝ ਨਿਕਲ ਆਊਗਾ, ਜੇ 2004-5 ਦੇ ਵਿੱਚ ਵਾਟਰ ਟਰਮੀਨੇਸ਼ਨ ਐਗਰੀਮੈਂਟ ਤੇ ਅਕਾਲੀ ਦਲ ਨੇ ਕਾਂਗਰਸ ਨੂੰ ਇਸ ਟੌਪਿਕ ਤੇ ਸਪੋਰਟ ਕਰ ਦਿੱਤਾ, ਤੇ ਵਾਈ ਨਾਟ ਅਸੀਂ ਇਕੱਠੇ ਹੋ ਕੇ ਇਹਦਾ ਸੋਲੂਸ਼ਨ ਲੱਭ ਲਈਏ। ਅਸੀਂ ਇੱਕ ਦੂਸਰੇ ਤੇ ਬਰਾਉਨੀ ਪੁਆਇੰਟ ਜਿਹੜੇ ਆ ਉਹ ਨਾ ਕਿਤੇ ਪੇਸ਼ ਕਰੀਏ। ਦੇਖੋ ਜਿਹੜੇ ਜਿਵੇਂ ਸਾਹਿਬ ਪ੍ਰਗਟ ਸਿੰਘ ਨੇ ਕਿਹਾ, ਕੁਝ ਇਸ਼ੂ ਇਹੋ ਜਿਹੇ, ਅਸੀਂ ਇਹ ਨਹੀਂ ਕਹਿੰਦੇ ਪੋਲਿਟਿਕਸ ਆਪਦੀ ਥਾਂ, ਕੁਝ ਇਸ਼ੂ ਹੈ ਜਿਹੜੇ ਪੰਜਾਬ ਨੂੰ ਇਸ ਵੇਲੇ ਸਫਰ ਕਰ ਰਿਹਾ। SYL ਵੀ ਇੱਕ ਇਸ਼ੂ ਹੈ ਜਿਹਦੇ ਪਿੱਛੇ ਬਹੁਤ ਪੁਰਾਣਾ ਵੀ ਨੁਕਸਾਨ ਹੋਇਆ ਤੇ ਗਾਂ ਹੋ ਵੀ ਸਕਦਾ, ਉਵੇਂ ਹੋਰ ਇਸ਼ੂ ਹੈ ਟਾਈਮ ਤੇ। ਇਹ ਇਸ਼ੂਆਂ ਤੇ ਸਾਨੂੰ ਸਿਆਸਤ ਤੋਂ ਉੱਪਰ ਉੱਠ ਕੇ ਜੇ ਅਸੀਂ ਸਾਰੇ ਇਕੱਠੇ ਰਲ ਜਾਾਂਗੇ ਤੇ ਪੰਜਾਬ ਦਾ ਹੀ ਫਾਇਦਾ ਹੋਊ ਨਾ। ਮੇਰੀ ਇੱਕ ਬੇਨਤੀ ਹੈ, ਸਿਆਸਤ ਜੇ 2-3 ਇਸ਼ੂ ਤੇ ਕਿਸੇ ਗੱਲ ਤੇ ਸਹਿਮਤੀ ਹੋ ਜੂ, ਐਕਸਪਰਟਸ ਵੀ ਵਿੱਚ ਆ ਜਾਣਗੇ, ਇੱਕ ਕਾਮਨ ਮਿਨੀਮਮ ਪ੍ਰੋਗਰਾਮ ਬਣ ਸਕਦਾ ਹੈ ਤੇ ਫਾਇਦਾ ਤਾਂ ਪੰਜਾਬ ਦਾ ਹੀ ਹੈ, ਤੇ ਉਹ 'ਚ ਕੀ ਨੁਕਸਾਨ? ਅਸੀਂ ਆਪਦੀ ਲੜਾਈ 'ਚ ਅਸੀਂ ਸਿਆਸੀ ਲੜਾਈ 'ਚ ਜੇ ਪੰਜਾਬ ਦੇ ਆ ਵੱਡੇ 2-3 ਇਸ਼ੂ ਰੋਲ ਦੇਾਂਗੇ ਤੇ ਉਹਦਾ ਕੀ ਲਾਭ ਹੈ? ਕਿਸੇ ਨੂੰ ਕੀ ਲਾਭ ਹੈ? ਪੰਜਾਬ ਦਾ ਨੁਕਸਾਨ ਹੈ। ਮੈਂ ਸਭ ਨੂੰ ਕੀਤਾ ਵੀ ਆ ਤੇ ਕਰਾਂਗੇ ਵੀ ਇਹਨਾਂ ਦਿਨਾਂ ਦੇ ਵਿੱਚ, 2-3 ਦਿਨਾਂ। ਦੇਖੋ, ਮੈਂ ਜਾਖੜ ਸਾਹਿਬ ਨਾਲ ਗੱਲ ਹੋਈ ਸੀ, ਦੇ ਸੈਡ ਕੀ ਗੁੱਡ ਆਈਡੀਆ, ਕਿਉਂਕਿ ਇਹ ਸੀਰੀਅਸ ਟੌਪਿਕ ਹੈ। ਇਹਦੇ ਤੇ ਬੇਸਿਕਲੀ ਕੋਈ ਇਹ ਤਾਂ ਹੈ ਨਹੀਂਗਾ ਕਿ ਇਹਦੇ ਵਿੱਚ ਕੁਝ ਕਿਸੇ ਤੇ ਬਰਾਉਨੀ ਪੁਆਇੰਟ ਦੇਣੇ ਹੈਗੇ ਆ। ਆਪਾਂ ਸੁਣ ਲਈਏ, ਸੁਣ ਕੇ ਜੋ ਐਕਸਪਰਟਸ ਕਹਿੰਦੇ ਆ, ਤੁਸੀਂ ਜਿੰਨਾ ਕਿ ਇਹਨੂੰ ਵਾਈਡਲੀ ਸਪਰੈਡ ਕਰ ਸਕੋਗੇ, ਆਪਾਂ ਸਾਰੇ ਜਣੇ ਰਲ ਕੇ ਕਰ ਸਕਾਂਗੇ ਤੇ ਉਹਦਾ ਫਾਇਦਾ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ। ਥੈਂਕ ਯੂ।